ਅੱਜ 40 ਤੋਂ 50 ਸਾਲ ਬਾਅਦ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਅੱਜ ਇੱਕ ਬੱਚੇ ਲਈ ਵੀ ਤਰਸ ਰਹੇ ਆ। ਉਸ ਟਾਈਮ ਤੇ ਪਰਿਵਾਰ ਦੇ ਅੰਦਰ ਹਰ ਮਾਤਾ ਨੇ ਕਿਸੇ ਦੇ 4 ਬੱਚੇ, ਕਿਸੇ ਦੇ 6 ਬੱਚੇ, ਕਿਸੇ ਦੇ 10 ਬੱਚੇ। ਸਪਰਮ ਨਿਲ ਕਿਉਂ ਆ ਰਿਹਾ ਹੈ? ਇਨਫਰਟੀਲਿਟੀ ਕਿਉਂ ਹੋ ਰਹੀ ਹੈ? ਪ੍ਰੀਮੈਚੁਰ ਕਿਉਂ ਕੀਤਾ ਜਾ ਰਿਹਾ ਹੈ? ਚੱਲ ਰਹੀ ਮਸ਼ੀਨਰੀ 'ਚ ਫਾਲਟ ਆ ਸਕਦਾ ਹੈ, ਇਹ ਠੀਕ ਹੈ, ਪਰ ਠੀਕ ਕਰਨ ਵਾਲਾ ਇਹ ਕਵੇ ਕਿ ਕਦੀ ਠੀਕ ਹੀ ਨਹੀਂ ਹੋ ਸਕਦਾ, ਇਹ ਝੂਠ ਹੈ। ਇਹ ਚੀਜ਼ ਜੇ ਤੁਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰ ਲਈ ਤਾਂ ਪਿੰਡ 'ਚ ਆ ਗਈ, ਜੇ ਪਿੰਡ 'ਚ ਆ ਗਈ ਤਾਂ ਪੂਰੀ ਸਟੇਟ 'ਚ ਆ ਗਈ, ਜੇ ਸਟੇਟ 'ਚ ਆ ਗਈ ਤਾਂ ਪੂਰੇ ਦੇਸ਼ 'ਚ ਆ ਗਈ। ਹੁਣ ਮੈਂ ਲੌਜੀਕਲੀ ਗੱਲ ਤੁਹਾਡੇ ਅੱਗੇ ਰੱਖਣ ਲੱਗਿਆ, ਉਸ ਤੋਂ ਬਾਅਦ ਚੈਪਟਰ ਮੈਂ ਕਰੂੰਗਾ ਕਲੋਜ਼। ਬਜ਼ੁਰਗ ਬੈਠੇ ਨੇ, ਮਾਤਾਵਾਂ ਬੈਠੀਆਂ ਨੇ, 40 ਤੋਂ 50 ਸਾਲ ਪਿੱਛੇ ਚਲੇ ਜਾਂਦੇ ਆ ਔਰ ਹਰ ਉਸ ਟਾਈਮ ਤੇ ਪਰਿਵਾਰ ਦੇ ਅੰਦਰ ਹਰ ਮਾਤਾ ਨੇ ਕਿਸੇ ਦੇ 4 ਬੱਚੇ, ਕਿਸੇ ਦੇ 6 ਬੱਚੇ, ਕਿਸੇ ਦੇ 10 ਬੱਚੇ। ਯੈਸ ਔਰ ਨੋ? ਹਾਂ ਜਾਂ ਨਾ ਜੀ ਜਵਾਬ ਦਿਓ। ਯੈਸ ਔਰ ਨੋ? ਅੱਜ 40 ਤੋਂ 50 ਸਾਲ ਬਾਅਦ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਅੱਜ ਇੱਕ ਬੱਚੇ ਲਈ ਵੀ ਤਰਸ ਰਹੇ ਆ। ਆਨਸਰ ਦੇ ਦਿਓ। ਇੱਕ ਬੱਚੇ ਲਈ ਵੀ, ਇੱਕ ਲਈ ਵੀ। ਉਸੇ ਘਰ 'ਚ ਜਿੱਥੇ ਪਹਿਲਾਂ ਇੱਕ ਮਾਂ ਨੇ 5 ਬੱਚੇ ਪੈਦਾ ਕੀਤੇ, 6 ਕੀਤੇ ਸੀ, ਅੱਜ ਉਸੇ ਘਰ ਦੇ ਵਿੱਚ ਉਹਨਾਂ ਦੀ ਅਗਲੀ ਪੀੜ੍ਹੀ ਦੇ ਵਿੱਚ ਬੱਚਾ ਵਿਆਹਿਆ ਜਾਂਦਾ ਹੈ, ਇੱਕ ਬੱਚੇ ਲਈ ਵੀ ਉਹ ਸਟਰਗਲ ਕਰ ਰਹੇ ਨੇ, 8 ਸਾਲ 10 ਸਾਲ ਸਟਰਗਲ। ਇਹਦਾ ਆਨਸਰ ਕੀ ਹੈ? ਕੀ ਹੋ ਗਿਆ? ਸਪਰਮ ਨਿਲ ਕਿਉਂ ਆ ਰਿਹਾ ਹੈ? ਇਨਫਰਟੀਲਿਟੀ ਕਿਉਂ ਹੋ ਰਹੀ ਹੈ? ਪ੍ਰੀਮੈਚੁਰ ਕਿਉਂ ਕੀਤਾ ਜਾ ਰਿਹਾ ਹੈ, ਹੋ ਰਿਹਾ ਹੈ? ਮੈਂਸਿਸ ਪੀਸੀਓਡੀ ਕਿਉਂ ਹੋ ਰਹੀ ਹੈ? क्योंकि आबादी ਨੂੰ ਕੰਟਰੋਲ ਕਰਨਾ। ਠੀਕ ਹੈ, ਔਰ ਇਹ ਜਸਟ ਪਾਰਟ ਆਫ ਡੀਪਾਪੂਲੇਸ਼ਨ ਪ੍ਰੋਜੈਕਟ। ਠੀਕ ਹੈ, ਡੀਪਾਪੂਲੇਸ਼ਨ ਪ੍ਰੋਜੈਕਟ ਤੇ ਤੁਸੀਂ ਇਹਦੇ ਉੱਤੇ ਫਾਈਂਡ ਆਊਟ ਕਰ ਸਕਦੇ ਹੋ, ਰੈਫਰੈਂਸ ਤੁਹਾਨੂੰ ਦਿੱਤਾ ਹੈਗਾ। ਠੀਕ ਹੈ, ਹੋਰ ਕੁਝ ਨਹੀਂ ਹੈਗਾ ਇਸ ਉੱਤੇ। ਤਾਂ ਆਲਰੇਡੀ ਜੇ ਸਾਡੀ ਅੱਗੇ ਪੀੜ੍ਹੀ ਹੀ ਸਰਵਾਈਵਲ ਮੂਡ 'ਚ ਨਹੀਂ ਹੈ, ਭਾਵੇਂ ਇੱਥੇ ਆਪਾਂ PhD ਕਰਕੇ ਬੈਠੇ ਹੋਈਏ, ਭਾਵੇਂ ਅਰਬਾਂ ਖਰਬਾਂ ਦੇ ਮਾਲਕ ਬੈਠੇ ਹੋਈਏ, ਸਭ ਮਿੱਟੀ ਹੈ। ਇੱਕ ਪਸ਼ੂ ਨੂੰ ਵੀ ਉਮੀਦ ਹੁੰਦੀ ਹੈ ਕਿ ਮੇਰੇ ਤੋਂ ਬਾਅਦ ਉਹਨੂੰ ਵੀ ਹੁੰਦਾ ਕਿ ਆ ਮੇਰਾ ਬੱਚਾ ਹੈ, ਉਹਦੇ ਅੰਦਰੋਂ ਫੀਲਿੰਗਸ ਹੁੰਦੀਆਂ ਨੇ, ਖਿੱਚ ਹੁੰਦੀ ਹੈ। ਗੈਟਿੰਗ? ਤਾਂ ਅੱਜ ਤਾਂ ਤਕਰੀਬਨ 70-80% ਨੇ ਮੈਰਿਡ ਕਪਲ ਜਿਨ੍ਹਾਂ ਦੇ ਬੱਚਾ ਵੀ ਨਹੀਂ ਹੋ ਪਾ ਰਿਹਾ, ਫੁੱਲ ਸਟਾਪ ਲੱਗ ਚੁੱਕਿਆ। ਬਹੁਤ ਸਾਰੇ ਕੇਸਸ ਨੇ, ਅੱਜ ਟੈਨਸ਼ਨ ਹੈ। ਔਰ ਪਹਿਲੇ ਬੱਚੇ ਦੀ ਫਰਸਟ੍ਰੇਸ਼ਨ ਇੰਨੀ ਲੰਮੀ ਹੈ, ਦੂਸਰੇ ਲਈ ਐਫਰਟ ਨਹੀਂ ਕੀਤਾ ਜਾਂਦਾ। ਗੈਟਿੰਗ? ਸੋ ਇਹ ਅਸੀਂ ਰੈਫਰੈਂਸ ਦਿੱਤੇ ਨੇ। ਗੈਟਿੰਗ? ਸੋ ਇਹ ਐਜੂਕੇਸ਼ਨ ਦਾ ਪਾਰਟ ਹੈ। ਅੱਜ ਪਹਿਲੀ ਕਲਾਸ ਹੈ ਬਹੁਤ ਸਾਰੇ ਪਰਿਵਾਰਾਂ ਦੀ, ਤਾਂ ਅੱਗੇ ਅੱਗੇ ਜਿਵੇਂ ਜਿਵੇਂ ਤੁਸੀਂ ਇਸ ਕਲਾਸ ਦਾ ਹਿੱਸਾ ਬਣੋਗੇ ਤੇ ਰੈਫਰੈਂਸ ਅਸੀਂ ਹੋਰ ਵਧਾ ਕੇ ਦਿੰਦੇ ਜਾਵਾਂਗੇ। ਠੀਕ ਹੈ, ਮੈਂ ਤੁਹਾਨੂੰ ਫਿਰ ਕਹਿ ਦਿਆਂ ਕਿ ਸਾਡੇ ਲੈਵਲ 'ਤੇ ਤੁਸੀਂ ਇਸ ਚੀਜ਼ ਨੂੰ ਮੰਨਣਾ ਨਹੀਂ, ਇਹ ਸਾਡੀ R&D ਹੈ, ਤੁਸੀਂ ਆਪਣੇ ਲੈਵਲ 'ਤੇ ਐਜ਼ ਏ ਪੇਰੈਂਟਸ ਕਰਨੀ ਹੈ। ਸੋ ਨੈਕਸਟ ਚੱਲਦੇ। ਕਿਸ ਨੂੰ ਪਾਲ ਰਹੇ ਹੋ, ਬਿਮਾਰੀ ਜਾਂ ਬੱਚਾ? ਕੌਣ ਬਿਮਾਰ ਹੋ ਰਿਹਾ? ਤੁਹਾਡਾ ਬੱਚਾ ਜਾਂ ਪੀੜ੍ਹੀ ਦਾ ਆਉਣ ਵਾਲਾ ਕੱਲ। ਕਿਸ ਲਈ ਆਪਣੀ ਕਮਾਈ ਨੂੰ ਵਧਾਉਣ ਲਈ ਤੜਫ ਰਹੇ ਹੋ? ਆਪਣੇ ਪਰਿਵਾਰ ਦੀ ਖੁਸ਼ੀ ਲਈ ਜਾਂ ਬਿਮਾਰੀਆਂ ਦੀ ਖੁਸ਼ੀ ਲਈ? ਕਿਉਂਕਿ ਅਲਟੀਮੇਟ ਹਰ ਬੰਦੇ ਦੀ ਰੇਸ ਤਾਂ ਪੈਸੇ ਦੀ ਹੈ ਨਾ, ਲੇਕਿਨ ਬੱਚਾ ਕਿਸੇ ਦਾ ਵੀ ਖੁਸ਼ਹਾਲ ਨਹੀਂ ਹੈਗਾ। ਔਰ ਬਿਮਾਰੀਆਂ ਦੀ ਖੁਸ਼ੀ ਲਈ ਤੁਹਾਡਾ ਕਮਾਇਆ ਗਿਆ ਪੈਸਾ, ਇਕੱਠੀ ਕੀਤੀ ਗਈ ਦੌਲਤ ਕਿਸ ਦੇ ਕੰਮ ਆਉਣ ਵਾਲੀ ਹੈ? ਗੈਟਿੰਗ? ਇਹ ਕੁਐਸਚਨ ਨੇ। ਕੀ ਤੁਸੀਂ ਇਹਨਾਂ ਸਭ ਹੈਪਨਿੰਗਸ ਤੋਂ ਉਹਨੂੰ ਰੋਕਣਾ ਚਾਹੁੰਦੇ ਹੋ? 3 ਤਰ੍ਹਾਂ ਦੀ ਹੈਪਨਿੰਗ ਤੁਹਾਡੇ ਨਾਲ ਸ਼ੇਅਰ ਕੀਤੀ। ਪਹਿਲੀ ਇਹ ਕਿ ਜੇ ਅਸੀਂ 25 ਤੋਂ 30 ਪਰਿਵਾਰਾਂ 'ਚੋਂ ਨਿਕਲੇ, 5 ਬਣੇ, 5 ਦੇ ਵਿੱਚੋਂ 2 ਤੋਂ 3 ਮਰੀਜ਼ ਹੋ ਗਏ, 1 ਤੋਂ 2 ਰਹਿ ਗਏ। ਇਹ ਪਹਿਲੀ ਹੈਪਨਿੰਗ ਸੀ। ਦੂਸਰੀ, ਸਾਡੀ ਕਮਾਈ ਦਾ ਬਹੁਤ ਵੱਡਾ ਹਿੱਸਾ 10 ਤੋਂ 50 ਤੇ 100 ਤੋਂ 200% ਜਾ ਰਿਹਾ ਹੈ, ਉਹ ਦੂਸਰੀ। ਤੀਸਰੀ ਹੈਪਨਿੰਗ, ਜਿਹੜਾ ਰੋਗ ਬਜ਼ੁਰਗ ਅਵਸਥਾ ਸੀ ਅੱਜ ਉਹ। ਇਹ 3 ਹੈਪਨਿੰਗ ਸਭ ਨਾਲ ਹੋ ਰਹੀ ਹੈ। ਕੋਈ ਵੀ ਇੱਥੇ ਜਿੰਨੇ ਵੀ ਹਾਲ 'ਚ ਬੈਠੇ ਹੋ, ਕੋਈ ਇਹ 'ਚੋਂ ਬਾਹਰ ਨਹੀਂ ਹੈਗਾ। ਜੇ ਕਿਸੇ ਨੂੰ ਲੱਗਦਾ ਬਾਹਰ ਹੈਗਾ, ਮੇਰੇ ਨਾਲ ਬੈਠ ਸਕਦਾ, ਕਨਵਰਸੇਸ਼ਨ ਕਰ ਸਕਦੇ ਉਹਦੇ ਉੱਪਰ। ਕਹਿੰਦੀ 3 ਤਰ੍ਹਾਂ ਦੀ ਹੈਪਨਿੰਗ ਜਿਹੜੀ ਹੋ ਰਹੀ ਹੈ, ਕਿ ਇਹ 3 ਤਰ੍ਹਾਂ ਦੀ ਹੈਪਨਿੰਗ ਨੂੰ ਆਪਾਂ ਰੋਕਣਾ ਚਾਹੁੰਦੇ ਹਾਂ ਆਪਣੇ ਆਪਣੇ ਪਰਿਵਾਰ 'ਚੋਂ? ਰੋਕਣਾ ਚਾਹੁੰਦੇ ਹੋ? ਇਹਨੀ ਢਿੱਲੀ ਜੈਸ ਨਾਲ ਨਹੀਂ ਰੁਕੇਗੀ। ਰੋਕਣਾ ਚਾਹੁੰਦੇ ਹੋ? ਆਰ ਯੂ ਰੈਡੀ? ਓਕੇ, ਥੈਂਕ ਯੂ। ਤਾਂ ਅਗਰ ਜੇ ਤੁਸੀਂ ਇਹ ਰੋਕਣਾ ਚਾਹੁੰਦੇ ਹੋ ਤਾਂ ਆਲਰੇਡੀ ਵੈਲਥ ਕੇਅਰ ਪਰਿਵਾਰ ਨੇ, ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਨੇ ਅਸੀਂ ਇੱਕ ਮਿਸ਼ਨ ਬਣਾਇਆ ਐਜੂਕੇਸ਼ਨ ਦਾ, ਕਿਉਂਕਿ ਇਹਦਾ ਹੋਰ ਕੋਈ ਹੱਲ ਨਹੀਂ ਲੱਭਿਆ ਸਾਨੂੰ ਕਿ ਕਿਉਂ ਨਾ ਅਸੀਂ ਹਰ ਪਰਿਵਾਰ ਨੂੰ ਐਜੂਕੇਟ ਕਰ ਦਈਏ ਜੋ ਉਹਦੇ ਘਰੇ ਹੋ ਰਿਹਾ, ਕਿਵੇਂ ਹੋ ਰਿਹਾ, ਕਿਉਂ ਹੋ ਰਿਹਾ, ਤੇ ਕਾਰਨ ਸਮਝਾਏ ਜਾਣ। ਵੈਲਥ ਕੇਅਰ ਗਲੋਬਲ ਦੁਆਰਾ ਇਹ ਅਸੀਂ ਇੱਕ ਇਨੀਸ਼ੀਏਟਿਵ ਲਿਆ, ਸਾਰਿਆਂ ਨੇ ਇੱਕ ਪਲੇਟਫਾਰਮ ਤਿਆਰ ਕੀਤਾ, ਔਰ ਹਰ ਇਨਸਾਨ ਇਸ ਸਟੇਜ 'ਤੇ ਉਹ ਵਾ ਜਿਹੜਾ ਪਹਿਲਾਂ ਰੋਗੀ ਸੀ। ਦੱਸਦੀ ਵੀ ਜੇ ਤੁਸੀਂ ਇੰਟਰਵਿਊ ਦੇਖੀ ਹੈ, ਪਹਿਲੀ ਇੰਟਰਵਿਊ ਮੇਰੇ ਰੋਗ 'ਤੇ ਆਈ ਹੋਈ ਹੈ, ਕਿਉਂਕਿ ਮੈਂ ਵੀ ਇਸ ਸਮੇਂ ਦਾ ਰੋਗੀ ਰਿਹਾ, ਪੇਸ਼ੈਂਟ ਰਿਹਾ। ਮੈਨੂੰ ਵੀ ਡਾਕਟਰ ਨੇ ਬੋਲਿਆ ਸੀ ਤੇਰਾ ਇਨਹੇਲਰ ਸਾਰੀ ਜ਼ਿੰਦਗੀ ਚੱਲੇਗਾ। ਮੈਨੂੰ ਜਵਾਬ ਦਿਓ, ਦਮੇ ਦਾ ਪੇਸ਼ੈਂਟ ਤੇ 4 ਘੰਟੇ ਬੋਲੇਗਾ?
ਸੋ ਇਹ ਚੀਜ਼ ਤਾਂ ਪੋਸੀਬਲ ਹੋ ਪਾਈ ਕਿ ਉਹਦੇ ਨਾਲ ਲੜਾਈ ਕੀਤੀ ਗਈ, ਲੜੇ ਕਿ ਠੀਕ ਹੈ ਚੱਲ ਰਹੀ ਮਸ਼ੀਨਰੀ 'ਚ ਫਾਲਟ ਆ ਸਕਦਾ ਹੈ, ਇਹ ਠੀਕ ਹੈ, ਪਰ ਠੀਕ ਕਰਨ ਵਾਲਾ ਇਹ ਕਵੇ ਕਿ ਕਦੀ ਠੀਕ ਹੀ ਨਹੀਂ ਹੋ ਸਕਦਾ, ਇਹ ਝੂਠ ਹੈ। ਇਸ ਚੀਜ਼ ਨੂੰ ਇਸ ਦਿਮਾਗ ਨੇ ਐਕਸੈਪਟ ਨਹੀਂ ਕੀਤਾ ਕਿ ਇਹ ਝੂਠ ਹੈ। ਵਾਪਸ ਕੰਮ ਕੀਤਾ, ਨੇਚਰਲ ਜੋ ਹੈਲਥ ਸਾਇੰਸਿਸ ਸੀ ਉਹਨਾਂ ਨੂੰ ਰੀਡ ਆਊਟ ਕੀਤਾ, ਉਹਨਾਂ ਦੀ ਸਟੱਡੀ ਆਪਣੀ ਕੰਪਲੀਟ ਕੀਤੀ ਔਰ ਪਹਿਲਾਂ ਆਪਣੇ ਰੋਗ ਨੂੰ ਠੀਕ ਕੀਤਾ। ਅੱਜ ਜਿੰਨੇ ਵੀ ਲੋਕਾਂ ਦੇ ਗਲਾਂ 'ਚ ਤੁਸੀਂ ਟਾਈਆਂ ਦੇਖ ਰਹੇ ਹੋ, ਜਿਨ੍ਹਾਂ ਨੂੰ ਅਸੀਂ ਲੀਡਰਸ ਬੋਲ ਰਹੇ, ਸਾਰੇ ਮੇਰੇ ਪੇਸ਼ੈਂਟ ਨੇ ਪਹਿਲੇ, ਔਰ ਤੁਸੀਂ ਵੀ ਅੱਜ ਐਸੇ ਪੇਸ਼ੈਂਟ ਬੈਠੇ ਹੋ। ਅਗਲਾ ਨੰਬਰ ਤੁਹਾਡਾ ਹੈ। ਆਪਾਂ ਇਕੱਲੀ ਆਪਣੇ ਦੇਸ਼ ਦੀ ਨਹੀਂ, ਆਪਾਂ ਪੂਰੇ ਵਿਸ਼ਵ ਨੂੰ ਰੋਗ ਮੁਕਤ ਕਰ ਸਕਦੇ ਹਾਂ, ਇੰਨਾ ਕੁਝ ਆਪਣੇ ਕੋਲ ਹੈ। ਹੁਣ ਦੀ R&D ਸਾਨੂੰ ਪਤਾ ਲੱਗਾ। ਔਰ ਕੀ ਤੁਸੀਂ ਸਾਡੇ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ? ਆਰ ਯੂ ਰੈਡੀ? ਨਹੀਂ ਢਿੱਲੀ ਯੈਸ ਨਾਲ ਨਹੀਂ ਮਿਸ਼ਨ ਦਾ ਹਿੱਸਾ ਬਣਾਇਆ ਜਾਂਦਾ, ਥੋੜੀ ਜਿਹੀ ਆਵਾਜ਼ ਅੰਦਰੋਂ ਆਉਣੀ ਚਾਹੀਦੀ ਹੈ, ਕਿਉਂਕਿ ਸਰਬੱਤ ਦੇ ਭਲੇ ਦਾ ਮਿਸ਼ਨ ਹੈ। ਸ਼ੁਰੂਆਤ ਕੀਤੀ ਹੈ ਬੱਚਿਆਂ ਨੇ, ਜਿੰਨਾ ਵੱਡਾ ਤੁਹਾਡਾ ਆਸ਼ੀਰਵਾਦ ਹੋਏਗਾ, ਕੰਮ ਤੁਹਾਡੀ ਵੀ ਐਕਸਪੈਕਟੇਸ਼ਨ ਤੋਂ ਵੱਡਾ ਕਰਕੇ ਦਿਖਾਵਾਂਗੇ। ਕੀ ਤੁਸੀਂ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ? ਆਰ ਯੂ ਰੈਡੀ? ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕਲੀਅਰ ਕਰਦਾ, ਮਿਸ਼ਨ ਹੈ ਕਿ ਸਾਡਾ ਸਭ ਤੋਂ ਪਹਿਲਾ ਮਿਸ਼ਨ ਹੈ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਡਾਕਟਰ ਬਣਾਉਣਾ ਹੈ। ਇਹ ਸਾਡਾ ਪਹਿਲਾ ਮਿਸ਼ਨ ਹੈ। ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਕੀ ਬਣਾਉਣਾ ਹੈ? ਬਣਨਾ ਚਾਹੁੰਦੇ ਹੋ? ਇਹ ਨਾ ਹੋਵੇ ਤੁਸੀਂ ਬਣਨਾ ਨਾ ਚਾਹੋ, ਅਸੀਂ ਧੱਕੇ ਨਾ ਬਣਾਈ ਜਾਈਏ, ਠੀਕ ਹੈ। ਦੂਸਰਾ, ਤੁਹਾਡੇ ਅੰਦਰ ਉਹ ਉਦਮ ਪੈਦਾ ਕਰਨਾ ਜਿਸ ਨਾਲ ਤੁਸੀਂ ਆਪਣੇ ਬੱਚਿਆਂ ਨੂੰ 100 ਸਾਲ ਤੱਕ ਲੈ ਕੇ ਜਾ ਸਕੋ। ਕਿੰਨੇ ਸਾਲ ਤੱਕ ਜੀ? 100 ਸਾਲ। ਕਿੰਨੇ ਸਾਲ ਤੱਕ ਜੀ? 100 ਸਾਲ ਤੱਕ। ਉਦਮ ਤੁਹਾਡੇ ਅੰਦਰ ਪੈਦਾ ਕਰਾਂਗੇ, ਕਰਨਾ ਤੁਸੀਂ ਖੁਦ ਹੈ ਆਪਣੇ ਬੱਚਿਆਂ ਲਈ। ਔਰ ਤੀਸਰਾ ਹੈ, ਪਹਿਲਾ ਸੁਖ ਨਿਰੋਗੀ ਕਾਇਆ, ਦੂਜਾ ਸੁਖ ਥੈਂਕ ਯੂ। ਕੀ ਤੁਸੀਂ ਇਹਦੇ ਲਈ ਤਿਆਰ ਹੋ? ਜੇ ਇਹ ਮਿਸ਼ਨ ਅੱਛਾ ਲੱਗਿਆ ਤਾਂ ਕੀ ਤੁਸੀਂ ਇਹਦੇ ਲਈ ਤਿਆਰ ਹੋ? ਗੱਲਾਂ ਨਾਲ ਨਹੀਂ ਸਰ, ਪ੍ਰੈਕਟੀਕਲ ਕਰਕੇ ਦਿਖਾਣਾ ਪਏਗਾ। ਗੱਲਾਂ ਨਾਲ ਬਹੁਤ ਲੋਕ, ਕੋਈ ਕੈਮਰੇ ਤੇ ਬੋਲੀ ਜਾ ਰਿਹਾ, ਕੋਈ ਘਰੇ ਬੈਠੇ ਬੋਲੀ ਜਾ ਰਿਹਾ, ਅਸਲੀ ਮਜ਼ਾ ਗਰਾਊਂਡ ਤੇ ਹੈ, ਠੀਕ ਹੈ। ਅਸੀਂ ਨਹੀਂ ਕਹਿ ਰਹੇ ਅਸੀਂ ਬਹੁਤ ਸਮਝਦਾਰ ਹਾਂ ਜਾਂ ਸੂਝਵਾਨ ਹਾਂ, ਬਟ ਸਾਨੂੰ ਇਹ ਪਤਾ ਹੈ ਕਿ ਇੱਕ ਦਿਨ ਸਾਡੇ ਨਾਲ ਉਹ ਲੋਕ ਨੇ ਜਿਨ੍ਹਾਂ ਦੇ ਜੀਵਨ 'ਚ ਇੱਕ ਦਿਨ ਪੂਰਾ ਹਨੇਰਾ ਹੋ ਚੁੱਕਿਆ ਸੀ। ਮੈਨੂੰ ਡਾਕਟਰ ਨੇ ਕਹਿ ਦਿੱਤਾ ਸੀ ਸਾਰੀ ਜ਼ਿੰਦਗੀ ਲੈਣਾ ਪਏਗਾ, ਉਹ ਹਨੇਰੇ ਵਾਲਾ ਦਿਨ ਸੀ। ਇੱਥੇ ਬਹੁਤ ਬੈਠੇ ਨੇ ਇਸ ਤਰ੍ਹਾਂ ਦੇ ਸਾਡੇ ਜਿਨ੍ਹਾਂ ਨੂੰ ਹਨੇਰੇ 'ਚ ਜ਼ਿੰਦਗੀ ਚਲੇ ਗਈ ਸੀ, ਵਾਪਸ ਉਜਾਲਾ ਆਇਆ। ਇਹ ਉਜਾਲੇ ਵਾਲੇ ਸਾਰੇ ਦਿਨ ਸਾਡੇ ਇਸ ਮਿਸ਼ਨ ਦੇ ਨੇ, ਕਿਉਂਕਿ ਜੋ ਸਾਨੂੰ ਮਾਂ ਨੇ ਜੰਮਿਆ ਸੀ ਉਹ ਦਿਨ ਤਾਂ ਡਾਕਟਰ ਨੇ ਖਤਮ ਕਰ ਦਿੱਤਾ ਹੋਇਆ ਸੀ। ਅਗਲਾ ਜਿਹੜਾ ਜੀਵਨ ਸਾਨੂੰ ਸੰਗਤ ਨੇ ਦਿੱਤਾ, ਇਹ ਜੀਵਨ ਸਾਡਾ ਮਿਸ਼ਨ ਦੇ ਵਿੱਚ ਹੈ, ਤਾਂ ਇਹਦੇ ਵਿੱਚ ਉਹੀ ਸਰਵਾਈਵ ਕਰਦਾ ਹੈ ਜਿਹੜਾ ਪ੍ਰੈਕਟੀਕਲੀ ਕਰਨ ਦੇ ਵਿੱਚ ਕਾਮਯਾਬ ਹੈ। ਅਸੀਂ ਬੋਲ ਰਹੇ ਹਾਂ ਕੈਮਰੇ ਤੇ ਅਸੀਂ ਐਜੂਕੇਟ ਕਰਨਾ, ਤਾਂ ਵਾਪਸ ਅੱਜ ਤੁਹਾਡੀ ਸੇਵਾ 'ਚ ਹਾਜ਼ਰ ਹੈ ਜਾਂ ਨਹੀਂ ਹਾਜ਼ਰ ਹੈ? ਗੱਲਾਂ ਨਾਲ ਕੁਝ ਨਹੀਂ ਕਰ ਰਹੇ, ਹਰ ਚੀਜ਼ ਨੂੰ ਪ੍ਰੈਕਟੀਕਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਔਰ ਗੁਰੂ ਨਾਨਕ ਸਾਹਿਬ ਦੇ ਬੋਲਨੇ, ਆਪਣ ਹੱਥੀ ਆਪਣਾ ਆਪੇ ਕਾਜ, ਆਪਣ ਹੱਥੀ ਆਪਣਾ ਆਪੇ ਕਾਜ ਸਵਾਰੀਏ। ਤੇ ਆਪਣੇ ਆਪਣੇ ਪਰਿਵਾਰ ਲਈ ਤੁਸੀਂ ਇਸ ਮਿਸ਼ਨ ਦਾ ਹਿੱਸਾ ਬਣਨਾ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਪ੍ਰਚਾਰਕ ਬਣੋ ਤੇ ਸਟੇਜ ਤੇ ਬੋਲੋ, ਔਰ ਉਹਨੇ ਦਿਨ ਤੁਸੀਂ ਬੋਲਣ ਦੀ ਹਿੰਮਤ ਨਹੀਂ ਕਰਨੀ ਜਿੰਨੇ ਦਿਨ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਚੋਂ 70% ਐਲੋਪੈਥੀ ਖਤਮ ਨਹੀਂ ਕਰ ਲੈਂਦੇ। ਉਹਨੇ ਦਿਨ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ। ਜਿੱਦਣ ਤੁਹਾਨੂੰ ਯਕੀਨ ਹੋ ਗਿਆ ਕਿ ਮੈਂ ਆਪਣੇ ਉਦਮ ਨਾਲੇ ਖਤਮ ਕੀਤਾ ਹੈ, ਉਸ ਤੋਂ ਬਾਅਦ ਸਾਰੀ ਦੁਨੀਆ ਤੁਹਾਡੀ ਵੇਟ ਕਰ ਰਹੀ ਹੈ, ਸਾਰੀ ਦੁਨੀਆ ਤੁਹਾਡੀ ਵੇਟ ਕਰ ਰਹੀ, ਸਾਰੀ ਦੁਨੀਆ ਨੂੰ ਤੁਹਾਡੀ ਲੋੜ ਹੈਗੀ ਆ। ਔਰ ਇਸ ਤੋਂ ਹਸੀਨ ਖੂਬਸੂਰਤ ਰੱਬ ਦਾ ਦਿੱਤਾ ਕੰਮ ਹੋਰ ਹੋ ਹੀ ਨਹੀਂ ਸਕਦਾ ਹੈਗਾ। ਇਹ ਕੰਮ ਵੀ ਹੈ ਤੇ ਇਬਾਦਤ ਵੀ ਹੈ, ਕੰਮ ਵੀ ਹੈ ਤੇ ਇਬਾਦਤ ਵੀ ਆ। ਔਰ ਮੈਂ ਚਾਹੂੰਗਾ ਜੇ ਤੁਸੀਂ ਵਾਕਈ ਹੀ ਇਹਦਾ ਪ੍ਰੈਕਟੀਕਲੀ ਰੂਪ ਦੇਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਪਲੀਜ਼। ਮੋਬਾਈਲ ਸਾਇਲੈਂਟ ਬੰਦ ਕਰ ਲਓ ਇੱਕ ਵਾਰੀ। ਇੱਕ ਖੁਸ਼ਹਾਲ ਦੁਨੀਆ ਲਈ ਖੁਸ਼ਹਾਲ ਪਹਿਲ ਕਰਨੀ ਪਏਗੀ, ਇਹ ਗੱਲਾਂ ਨਾਲ ਨਹੀਂ ਹੋਣਾ। ਇਹਦੇ ਵਾਸਤੇ ਆਪਣੇ ਅੰਦਰਲੀ ਇਮੋਸ਼ਨਸ ਨੂੰ, ਭਾਵਨਾ ਨੂੰ ਚੇਂਜ ਕਰਨਾ ਪਏਗਾ, ਆਪਣੇ ਮਨ ਨੂੰ ਚੇਂਜ ਕਰਨਾ ਪਏਗਾ, ਵਿਚਾਰਾਂ ਨੂੰ ਚੇਂਜ ਕਰਨਾ ਪਏਗਾ। ਜਾਤ ਪਾਤ, ਊਚ ਨੀਚ, ਗਰੀਬੀ ਅਮੀਰੀ, ਇਹਦਾ ਮਾਪਦੰਡ ਕਰਨਾ ਬੰਦ ਕਰਨਾ ਪਏਗਾ। ਦਿਮਾਗ ਦੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਪਏਗਾ, ਕਿਉਂਕਿ ਪਰਮੇਸ਼ਰ ਦੀ ਕਿਰਪਾ ਉਹਨਾਂ ਟਾਈਮ ਸਟੋਰ ਨਹੀਂ ਹੁੰਦੀ ਜਿੰਨਾ ਟਾਈਮ ਅੱਗੇ ਭਾਂਡਾ ਤਿਆਰ
ਨਾ ਹੋਵੇ। ਜਿਹੜੀ ਤੰਦਰੁਸਤੀ ਦੀ ਦੌੜ ਅਸੀਂ ਇੰਨੇ ਸਾਲਾਂ ਤੋਂ ਲਗਾਈ ਆ, ਉਮਰ ਬੀਤ ਗਈ, ਕਈਆਂ ਦੀਆਂ ਪੀੜ੍ਹੀਆਂ ਬੀਤ ਗਈਆਂ, ਵਾਪਸ ਨਹੀਂ ਆ ਸਕੀ। ਈਵਨ ਜਿਹੜੇ ਐਕਸਪਰਟ ਸੀ ਇਸ ਲਾਈਨ ਦੇ, ਉਹ ਖੁਦ ਵੀ ਇਸ ਜਾਲ ਤੋਂ ਨਹੀਂ ਫਸ ਸਕੇ, ਨਹੀਂ ਬਚ ਸਕੇ, ਉਹ ਵੀ ਇਹਦੇ 'ਚ ਫਸੇ ਰਹਿ ਗਏ। ਜੇ ਇਸ ਚੀਜ਼ ਦੇ ਅੰਦਰ ਅਸੀਂ ਆਪਣੇ ਆਪ ਨੂੰ ਪ੍ਰੂਵ ਕਰਨਾ, ਸਭ ਤੋਂ ਪਹਿਲਾਂ ਸਾਨੂੰ ਬਾਹਰੀ ਤੌਰ ਤੇ ਨਹੀਂ, ਅੰਦਰੂਨੀ ਤੌਰ ਤੇ ਬਦਲਣਾ ਪਏਗਾ। ਮਤਲਬ ਇੱਕ ਰੋਗੀ ਹੀ ਰੋਗੀ ਦੀ ਦੁਖੀ ਅਵਸਥਾ ਨੂੰ ਸਮਝ ਸਕਦਾ ਹੈ। ਜਿਹਨੇ ਦੁੱਖ ਨਹੀਂ ਹੰਡਾਇਆ, ਜੇ ਦਮੇ ਦੇ ਮਰੀਜ਼ ਨੂੰ ਪਤਾ ਹੈ ਕਿ ਰਾਤ ਕਿਵੇਂ ਕੱਟੀ ਦੀ ਹੈ, ਉਹਨੂੰ ਪਤਾ ਹੈ ਕਿ ਪੂਰੀ ਠੰਡ ਵਾਲੀ ਰਾਤ ਕਿਵੇਂ ਕੱਟੀ ਦੀ, ਉਹਨੂੰ ਪਤਾ ਹੈ ਕਿ ਜਿੱਧਰ ਬਰਸਾਤ ਹੁੰਦੀ ਹੈ ਉਹ ਰਾਤ ਕਿਵੇਂ ਕੱਟਦਾ ਹੈ। ਇੱਕ ਸ਼ੂਗਰ ਪੇਸ਼ੈਂਟ ਨੂੰ ਪਤਾ ਹੈ ਕਿ ਜਦੋਂ ਨਰਵਸ ਸਿਸਟਮ ਡਾਊਨ ਹੁੰਦਾ ਹੈ, ਸ਼ੂਗਰ ਡਾਊਨ ਹੁੰਦੀ ਜਾਂ ਸ਼ੂਗਰ ਵੱਧਦੀ ਹੈ, ਤਾਂ ਉਸ ਟਾਈਮ ਤੇ ਅਵਸਥਾ ਕੀ ਹੁੰਦੀ ਹੈ। ਇੱਕ ਬੀਪੀ ਵਾਲੀ ਨੂੰ ਪਤਾ ਹੈ, ਕਿ ਮਿਰਚੀ ਵਾਲੀ ਨੂੰ ਪਤਾ ਹੈ, ਇੱਕ ਹਾਰਟ ਪੇਸ਼ੈਂਟ ਨੂੰ ਪਤਾ ਹੈ ਕਿ ਉਹ ਰੋਗ ਦਾ ਵਿੱਚ ਹਾਲਤ ਕੀ ਹੁੰਦਾ ਹੈ। ਇਸ ਕਰਕੇ ਰੋਗੀ ਹੀ ਅਸਲੀ ਸੇਵਾਦਾਰ ਤੇ ਅਸਲੀ ਡਾਕਟਰ ਹੋ ਸਕਦਾ ਹੈ। ਇਹ ਸਾਡਾ ਮੰਨਣਾ ਸੀ, ਉਸੇ ਚੀਜ਼ ਨੂੰ ਅਸੀਂ ਪ੍ਰੈਕਟੀਕਲ ਕੀਤਾ। ਇਹੀ ਕਾਰਨ ਹੈ ਕਿ ਆਈ ਥਿੰਕ, ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖਿਆ, ਜੇ ਤੁਸੀਂ ਦੇਖਿਆ ਹੋਊਗਾ ਰੈਫਰੈਂਸ ਜ਼ਰੂਰ ਦਿਓ ਜੇ, ਕਿ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਹਸਪੀਟਲ ਹੋਵੇ ਕਿ ਡਾਕਟਰ ਚੈੱਕ ਵੀ ਕਰੇ ਤੇ ਕਰੇ ਹਾਲ ਚਾਲ ਵੀ ਪੁੱਛਣਾ ਹੋਵੇ। ਹੈਲੋ ਜਸ ਸਰ ਨੂੰ ਆਉਂਦੇ ਸੀ, ਨਹੀਂ ਆਉਂਦੇ ਹਾਲ ਚਾਲ ਪੁੱਛਣ, ਵੈਲ ਵਰਕਰਸ ਆਉਂਦੇ ਹੈ ਨਾ, ਠੀਕ ਹੈ। ਤਾਂ ਇਹ ਚੀਜ਼ ਇਸੇ ਕਰਕੇ, ਕਿਉਂਕਿ ਇਹ ਸਾਰੇ ਦੇ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ ਦੁੱਖ ਹੰਢਾਇਆ ਪਿੰਡੇ ਤੇ, ਔਰ ਅਸੀਂ ਚਾਹੁੰਦੇ ਕਿ ਅਗਲਾ ਚਾਰਜ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਦੁੱਖ ਹੰਢਾਇਆ, ਉਹੀ ਅੱਗੇ ਸੇਵਾ ਕਰਨ। ਔਰ ਜੇ ਪੇਸ਼ੈਂਟ ਆਪਣੇ ਸਰੀਰ ਤੇ ਪ੍ਰੈਕਟੀਕਲ ਕਰ ਸਕਦਾ ਹੈ ਉਸ ਰੋਗ ਨੂੰ ਲੈ ਕੇ, ਇਹਦਾ ਮਤਲਬ ਉਸ ਰੋਗ ਦਾ ਸਭ ਤੋਂ ਅੱਛਾ ਐਕਸਪਰਟ ਉਹੀ ਹੋ ਸਕਦਾ, ਹੋਰ ਕੋਈ ਹੋ ਹੀ ਨਹੀਂ ਸਕਦਾ ਹੈਗਾ। ਤਾਂ ਕਿਉਂ ਨਾ ਉਹਨੂੰ ਤਿਆਰ ਕੀਤਾ ਜਾਵੇ, ਕਿਉਂ ਨਾ ਉਸੇ ਨੂੰ ਤਿਆਰ ਕੀਤਾ ਜਾਵੇ ਉਸ ਰੋਗ ਦੇ ਲਈ, ਐਜੂਕੇਟ ਕਰਕੇ। ਸੋ ਸਭ ਤੋਂ ਇੰਪੋਰਟੈਂਟ ਹੈਗਾ, ਜੇ ਅਸੀਂ ਇਸ ਖੁਸ਼ਨੁਮਾ ਸਮਾਜ, ਤੰਦਰੁਸਤੀ ਸਮਾਜ ਦੀ ਸਿਰਜਣਾ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਅੰਦਰ ਬਹੁਤ ਸਾਰੀ ਚੀਜ਼ਾਂ ਨੂੰ, ਉਸ ਬੁਰਾਈ ਨੂੰ ਬਾਹਰ ਕੱਢਣਾ ਪਏਗਾ, ਔਰ ਆਪਣੇ ਆਪ ਨਾਲ ਇੱਕ ਹੋਣਾ ਪਏਗਾ, ਇੱਕ ਦੂਸਰੇ ਨਾਲ ਇੱਕ ਹੋਣਾ ਪਏਗਾ। ਆਰ ਯੂ ਰੈਡੀ? ਕੀ ਤੁਸੀਂ ਇਹਦੇ ਲਈ ਤਿਆਰ ਹੋ? ਸਭ ਤੋਂ ਪਹਿਲਾਂ ਤਾਂ ਜੋ ਤੁਹਾਡੇ ਲੈਫਟ ਰਾਈਟ ਆਇਆ, ਇੱਕ ਵਾਰੀ ਉਹਨੂੰ ਹੱਥ ਮਿਲਾ ਲਓ। ਜੈਂਡਰ ਦਾ ਖਿਆਲ ਰੱਖਿਓ ਜੇ, ਹਾਂ ਹਸਬੈਂਡ ਵਾਈਫ ਖੜੇ ਹੋਏ ਤਾਂ ਚੱਲੇਗਾ, ਅਦਰਵਾਈਜ਼ ਸਵਾਰੀ ਆਪਣੇ ਸਮਾਨ ਦੀ ਹੱਥ ਮਿਲਾਉਣਾ ਹੈ, ਮਿਲਾ ਕੇ ਛੱਡਣਾ ਨਹੀਂ। ਮੈਂ ਮਿਲਾਉਣ ਵਾਸਤੇ ਕਿਹਾ ਸੀ, ਛੱਡ ਵੀ ਦਿੱਤਾ। ਮੈਨੂੰ ਪਤਾ ਹੈ 1.5 ਸਾਲ ਤੋਂ ਆਦਤ ਖਤਮ ਕਰ ਦਿੱਤੀ ਕਿ ਹੱਥ ਨਹੀਂ ਮਿਲਾਉਣਾ, ਠੀਕ। ਔਰ ਜਿਹਨੂੰ ਇੱਕ ਵਾਰੀ ਹੱਥ ਮਿਲਾਇਆ ਹੈ ਨਾ, ਆਪਾਂ ਇੱਕ ਦੂਸਰੇ ਨੂੰ ਖੁਸ਼ੀ ਵੰਡਣ ਦੀ ਆਦਤ ਪਾਉਣੀ ਪਏਗੀ। ਫਸਟ ਆਫ ਆਲ, ਕਈਆਂ ਨੇ ਦੋਵੇਂ ਪਾਸੇ ਮਿਲਾਇਆ ਹੋਇਆ, 100% ਡਿਵਾਈਡ ਕਰਨੀ ਹੈ ਤੇ ਇੱਕ ਪਾਸੇ ਮਿਲਾ ਲੈਣਾ ਹੈਗਾ। ਔਰ ਜਿਹਨੂੰ ਹੱਥ ਮਿਲਾਇਆ, ਇੱਕ ਵਾਰੀ ਉਹਦੇ ਵੱਲ ਦੇਖੋ, ਅੱਖਾਂ ਲਾ ਕੇ ਦੇਖਣਾ, ਪਿਆਰ ਨਾਲ ਦੇਖਣਾ, ਘੂਰ ਕੇ ਨਹੀਂ ਦੇਖਣਾ। ਦੇਖੋ ਔਰ ਦੇਖ ਕੇ ਬੋਲਣਾ ਕਿ ਤੁਸੀਂ ਬਹੁਤ ਅੱਛੇ ਲੱਗ ਰਹੇ ਹੋ। ਬੋਲੋ, ਵਾਪਸ ਬੋਲੋ, ਦੇਖ ਕੇ ਬੋਲਣਾ ਕਿ ਤੁਸੀਂ ਬਹੁਤ ਅੱਛੇ ਲੱਗ ਰਹੇ ਹੋ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸੱਚੇ ਪਾਤਸ਼ਾਹ ਤੁਹਾਨੂੰ ਹਰ ਖੁਸ਼ੀ ਦੇਵੇ। ਥੈਂਕ ਯੂ। ਇਹ ਤਾਂ ਸੀ ਟ੍ਰਾਇਲ, ਹੁਣ ਇਸ ਚੀਜ਼ ਨੂੰ ਦਿਲੋਂ ਕਰਨਾ ਹੈ। ਹੁਣ ਮਿਲਾਓ ਹੱਥ, ਇੱਕ ਦੂਸਰੇ ਦੀ ਅੱਖਾਂ ਵੱਲ ਦੇਖੋ। ਰੂਹ ਦੀ ਖੁਰਾਕ ਅੱਖਾਂ ਤੋਂ ਟ੍ਰਾਂਸਫਰ ਹੁੰਦੀ ਹੈ, ਔਰ ਇਹ ਨੈਕਸਟ ਨੈਚੁਰਲ ਮੈਡੀਸਨ ਹੈ, ਜਿਹਦਾ ਯੂਜ਼ ਤੁਸੀਂ ਆਪਣੇ ਘਰ ਤੋਂ ਕਰਨਾ ਹੈ, ਬਾਹਰ ਤੋਂ ਬਾਅਦ ਚ ਕਰਨਾ ਹੈਗਾ। ਗੈਟਿੰਗ? ਜਿਹਦੀ ਵਰਤੋਂ ਤੁਸੀਂ ਆਪਣੇ ਘਰ ਤੋਂ ਕਰਨੀ ਹੈਗੀ ਆ। ਇੱਕ ਵਾਰੀ ਹੱਥ ਮਿਲਾਓ ਪਲੀਜ਼। ਮੈਨੂੰ ਪਤਾ ਆਦਤ ਛੱਡੀ ਹੋਈ ਹੈ, ਜਿਹੜੇ ਬੈਕਟੀਰੀਆ ਤੋਂ ਤੁਸੀਂ ਡਰਦੇ ਹੋ ਨਾ, ਉਹ ਮਾਰ ਦਿੱਤੇ ਹੋਏ ਅਸੀਂ। ਤਾਂ ਹੱਥ ਮਿਲਾਓ ਦੁਬਾਰਾ ਵਾਪਸ, ਕੌਨਫੀਡੈਂਸ ਨਾਲ ਮਿਲਵਾਓ, ਔਰ ਇੱਕ ਦੂਸਰੇ ਦੀ ਅੱਖਾਂ 'ਚ ਅੱਖਾਂ ਪਾਓ, ਔਰ ਦਿਲੋਂ ਬੋਲਣਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ, ਸੱਚੇ ਪਾਤਸ਼ਾਹ ਤੁਹਾਨੂੰ ਹਰ ਖੁਸ਼ੀ ਦੇਵੇ। ਇੱਕ ਵਾਰੀ ਜੱਫੀ ਪਾ ਲਓ ਹੁਣ। ਕੀ ਬਾਤ ਹੈ। ਇਹ ਚੀਜ਼ ਜੇ ਤੁਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰ ਲਈ ਤਾਂ ਪਿੰਡ 'ਚ ਆ ਗਈ, ਜੇ ਪਿੰਡ 'ਚ ਆ ਗਈ ਤਾਂ ਪੂਰੀ ਸਟੇਟ 'ਚ ਆ ਗਈ, ਜੇ ਸਟੇਟ 'ਚ ਆ ਗਈ ਤਾਂ ਪੂਰੇ ਦੇਸ਼ 'ਚ ਆ ਗਈ। ਇਸ ਚੀਜ਼ ਨੂੰ ਜੇ ਤੁਸੀਂ ਸ਼ੁਰੂ ਕਰ ਲਿਆ, ਤੁਹਾਡੇ ਬੱਚੇ ਦਾ ਵਾਅਦਾ ਹੈ ਕਿ ਮੇਰੇ ਦੇਸ਼ 'ਚ ਕੋਈ ਵੀ ਇਨਸਾਨ ਆਤਮ ਹੱਤਿਆ ਕਰਕੇ ਨਹੀਂ ਜਾਏਗਾ। ਕਾਤੋਂ ਲਾਉਣਾ ਜੋੜਾ ਤੋਂ ਚਲਾਕੀਆਂ ਚ ਕਰ, ਉਹ ਇੰਪੋਰਟੈਂਟ ਹੈ। ਪੂਰੀ ਚਿੱਲ ਜ਼ਿੰਦਗੀਆਂ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀਆਂ, ਕਈ ਮਹਿਲਾ ਵਿੱਚ ਤੰਗ, ਕਈ ਕੁੱਟੀਆਂ ਜਰਾਸੀ। ਸੋ ਇੰਪੋਰਟੈਂਟ ਹੈਗਾ। ਇਹ ਜਸ ਟ੍ਰਾਇਲ ਦਿਖਾਇਆ ਸਰ, ਇਹਦੀ ਸ਼ੁਰੂਆਤ ਅਸੀਂ ਘਰ ਤੋਂ ਕਰਨੀ। 3 ਸ਼ਬਦ ਨੇ, ਮੈਂ ਕੋਈ PhD ਕਰਨ ਲਈ ਨਹੀਂ ਕਹਿ ਰਿਹਾ, 3 ਸ਼ਬਦ ਨੇ। ਤੁਹਾਨੂੰ ਜਿਹਦੇ ਨਾਲ ਵੀ ਤੁਹਾਨੂੰ ਗੁੱਸਾ ਆਉਂਦਾ, 3 ਚੀਜ਼ਾਂ ਬੋਲੀਆਂ ਸ਼ੁਰੂ ਕਰ ਦਿਓ, ਤੁਹਾਡਾ ਮਨ ਸ਼ਾਂਤ ਹੋ ਜਾਏਗਾ, ਮਨ ਦੀ ਭਟਕਣਾ ਖਤਮ ਹੋਈ, ਮਨ ਜ਼ਹਿਰ ਬਣਾਉਣਾ ਬੰਦ ਕਰ ਦੇਗਾ, ਬ੍ਰੇਨ ਜ਼ਹਿਰ ਬਣਾਉਣਾ ਬੰਦ ਕਰ ਦੇਗਾ। ਔਰ ਪਲਾਸੀਬੋ ਸਿਸਟਮ ਸੁਣਿਆ ਜਾਂ ਵੀਡੀਓ ਸੁਣੀ ਇਹਦੇ ਤੇ ਤੁਸੀਂ? ਪਲਾਸੀਬੋ ਸਿਸਟਮ
ਜੋ ਬ੍ਰੇਨ ਦੇ ਅੰਦਰ ਬ੍ਰੇਨ ਨੇ ਜੋ ਕੈਮੀਕਲ ਰਿਲੀਜ਼ ਕਰ ਦਿੱਤੇ, ਸਰੀਰ ਨੇ ਉਸ ਤਰ੍ਹਾਂ ਦਾ ਰੋਗ ਵੀ ਦੇ ਦੇਣਾ। ਇਸੇ ਕਰਕੇ ਜਦੋਂ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ ਤਾਂ ਅਸੀਂ ਸੋਚ ਤਾਂ ਸਾਹਮਣੇ ਵਾਲੀ ਰਹੇ ਹੁੰਦੇ ਆ, ਡੈਮੇਜ ਆਪਣਾ ਕਰ ਰਹੇ ਹੁੰਦੇ ਆ। ਤਾਂ ਸਾਨੂੰ ਇਹ ਆਦਤਾਂ 'ਚ ਸ਼ਾਮਲ ਕਰਨਾ ਪਏਗਾ। ਗੁੱਸਾ ਸਭ ਦੇ ਅੰਦਰ ਹੁੰਦਾ ਹੈ, ਉਹ ਸਰੀਰ ਦਾ ਹਿੱਸਾ ਹੈ, ਕਿਉਂਕਿ ਜੇ ਗੁੱਸਾ ਨਹੀਂ ਆਏਗਾ ਤਾਂ ਸਾਡੇ ਸਰੀਰ ਦੇ ਅੰਦਰ ਹੀਟ ਨਹੀਂ ਬਣੇਗੀ, ਉਹ ਸਰੀਰ ਦਾ ਹਿੱਸਾ। ਅਸੀਂ ਇਹਨੂੰ ਕੰਟਰੋਲ ਕਰਨਾ ਸਿੱਖਣਾ ਹੈਗਾ। ਇਹ 3 ਚੀਜ਼ਾਂ ਨੇ ਕਿ ਸਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਸੱਚੇ ਪਾਤਸ਼ਾਹ ਹਰ ਖੁਸ਼ੀ ਦੇਵੇ। ਇਹ 3 ਚੀਜ਼ਾਂ ਸਰ ਆਪਣੇ ਪਰਿਵਾਰ 'ਚ ਬੋਲਣੀਆਂ ਸ਼ੁਰੂ ਕਰ ਦਿਓ, ਭਾਵੇਂ ਭਰਾ ਨਾਲ ਸ਼ਿਕਵਾ, ਭਾਵੇਂ ਭੈਣ ਨਾਲ ਸ਼ਿਕਵਾ। ਇੱਕ ਚੀਜ਼ ਸੱਚ ਹੈ, ਕੁਦਰਤ ਨੇ ਇਹ ਸਰੀਰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਬਿਨਾਂ ਰਿਸ਼ਤਿਆਂ ਦੇ ਜਿੰਦਾ ਨਹੀਂ ਰਹਿ ਸਕਦਾ। ਜਿੰਨੇ ਮਰਜ਼ੀ ਸੂਝਵਾਨ ਹੋਵੋ, ਜਿੰਨੀ ਮਰਜ਼ੀ PhD ਕੀਤੀ ਹੋਵੇ, ਇਸ ਸਰੀਰ ਨੂੰ ਤੁਸੀਂ ਇਕਾਂਤ 'ਚ ਕਰ ਦਿਓ, ਇਹ ਆਪਣੇ ਆਪ ਹੀ ਮਰ ਜਾਂਦਾ ਹੈ। ਇਹਨੂੰ ਗੋਲੀ ਮਾਰਨ ਦੀ ਤੇ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ। ਸਾਡੇ ਸਰੀਰ ਦੇ ਸੈੱਲ ਕੁਦਰਤ ਨੇ ਇਸ ਤਰ੍ਹਾਂ ਦੇ ਬਣਾਏ ਨੇ, ਇਹ ਜਦੋਂ ਇੱਕ ਦੂਸਰੇ ਤੋਂ ਵੱਖ ਹੁੰਦੇ ਨੇ ਤਾਂ ਕੈਂਸਰ ਸੈੱਲ 'ਚ ਕਨਵਰਟ ਹੋ ਜਾਂਦੇ ਨੇ। ਜਦੋਂ ਆਪਣੇ ਸਮੂਹ ਤੋਂ ਵੱਖ ਹੁੰਦੇ ਨੇ ਤਾਂ ਉਹਨੂੰ ਕੈਂਸਰ ਸੈੱਲ ਬੋਲਦੇ ਆ। ਉਹੀ ਫਿਤਰਤ ਸਾਡੇ ਸਰੀਰ ਦਾ ਸੁਭਾਅ ਆ। ਜਦੋਂ ਅਸੀਂ ਪਰਿਵਾਰ ਤੋਂ ਵੱਖਰੇ ਰਹਿੰਦੇ, ਇਕਾਂਤ 'ਚ ਰਹਿੰਦੇ, ਇਕੱਲੇ ਰਹਿੰਦੇ ਆ, ਲੋਕ ਬੰਦ ਕਮਰੇ 'ਚ ਰਹਿੰਦੇ ਰਹਿੰਦੇ 2-3 ਸਾਲ 'ਚ ਸੁਸਾਈਡ ਕਰ ਜਾਂਦੇ ਨੇ। ਹੈਲੋ ਯਾ ਸਰ ਲੋ, ਕਿੰਨੇ ਕੇਸਸ ਆਪਾਂ ਸੁਣਦੇ ਹੈਗੇ ਆ। ਪਹਿਲਾਂ ਉਹੀ ਪਰਿਵਾਰ ਹੁੰਦਾ ਸੀ, ਇੱਕ ਬਾਪ ਪੂਰੇ 5 ਤੋਂ 6 ਮੈਂਬਰਾਂ ਨੂੰ ਪੜ੍ਹਾ ਵੀ ਗਿਆ ਔਰ ਉਹਨਾਂ ਦੀ ਰੋਟੀ ਪਾਣੀ ਵੀ ਪੂਰੀ ਕਰ ਗਿਆ। ਪੜ੍ਹਾ ਲਿਆ, ਉਸ ਤੋਂ ਬਾਅਦ ਉਹੀ ਪੜ੍ਹਨ ਵਾਲਾ ਬੱਚਾ ਮਾਸਟਰ ਡਿਗਰੀ ਕਰਨ ਤੋਂ ਬਾਅਦ ਵੀ ਸੁਸਾਈਡ ਕਰ ਗਿਆ। ਕਿਉਂ? ਕਿਉਂਕਿ ਉਹ ਇਕਾਂਤ ਦੇ ਵਿੱਚ ਸੀ, ਕਿਉਂਕਿ ਉਹਦੀ ਅੰਦਰ ਇਮਿਊਨਿਟੀ ਨਹੀਂ ਸੀ, ਇਮੋਸ਼ਨਲੀ ਸਟਰੋਂਗ ਨਹੀਂ ਸੀ। ਉਹ ਆਪਣੇ ਪ੍ਰੋਬਲਮ ਨੂੰ ਸੋਲਵ ਕਰਨਾ ਔਰ ਡਿਸੀਜਨ ਮੇਕਿੰਗ ਉਹਦੀ ਸਭ ਤੋਂ ਨਿਲ ਸੀ, ਭਾਵੇਂ ਉਹਦੇ ਨੰਬਰ ਯੂਨੀਵਰਸਿਟੀ ਜਿੰਨੇ ਮਰਜ਼ੀ ਹੁੰਦੇ ਹੋਣ। ਔਰ ਇਹ ਚੀਜ਼ਾਂ ਯੂਨੀਵਰਸਿਟੀ ਕਾਲਜ 'ਚ ਨਹੀਂ ਮਿਲਦੀਆਂ, ਇਹ ਚੀਜ਼ਾਂ ਪਰਿਵਾਰਾਂ 'ਚ ਮਿਲਦੀਆਂ ਨੇ। ਇਸ ਕਰਕੇ ਜਿਹੜੀ ਤੰਦਰੁਸਤੀ ਦੀ ਗੱਲ ਕਰ ਰਹੇ ਆ, ਉਹਦੀ ਸ਼ੁਰੂਆਤ ਕਿਸੇ ਕੈਪਸੂਲ, ਕਿਸੇ ਇੰਜੈਕਸ਼ਨ, ਕਿਸੇ ਜੂਸ, ਕਿਸੇ ਡਾਕਟਰ ਤੋਂ ਨਹੀਂ ਹੋਣੀ। ਉਹਦੀ ਸ਼ੁਰੂਆਤ ਤੁਹਾਡੇ ਪਰਿਵਾਰ ਤੋਂ ਹੋਣੀ ਆ ਔਰ ਪਰਿਵਾਰ ਦੇ ਅੰਦਰ ਦੇ ਇਮੋਸ਼ਨਲੀ ਜਿਹੜੀ ਹੈਲਥ ਹੈ ਉਹਦੇ ਤੋਂ ਹੋਣੀ ਆ। ਇਮੋਸ਼ਨਲੀ ਹੈਲਥ ਤੋਂ ਬਾਅਦ ਹੀ ਸਾਨੂੰ ਰੱਬ ਸਮਝ ਆਏਗਾ, ਉਸ ਹੈਲਥ ਤੋਂ ਬਾਅਦ ਹੀ ਸਾਨੂੰ ਇਹ ਜੱਗ ਸਮਝ ਆਏਗਾ, ਉਸ ਤੋਂ ਬਾਅਦ ਇਹਦੀ ਕੁਦਰਤ ਸਮਝ ਆਏਗੀ, ਉਸ ਤੋਂ ਬਾਅਦ ਹੀ ਸਾਨੂੰ ਪ੍ਰੇਮ ਸਮਝ ਆਏਗਾ, ਉਸ ਤੋਂ ਬਾਅਦ ਹੀ ਸਾਨੂੰ ਪਿਆਰ ਸਮਝ ਆਏ। ਸਾਰੀ ਚੀਜ਼ਾਂ ਫੇਰ ਹੀ ਸਮਝ ਆਉਂਦੀਆਂ ਨੇ। ਔਰ ਲਾਸਟ ਦੇ ਵਿੱਚ ਹੀ ਦੱਸਦੇ ਆ, ਇਹਦਾ ਮਾਲਕ ਪਰਮੇਸ਼ਰ ਨੇ ਇਨਸਾਨ ਨੂੰ ਹੀ ਬਣਾਇਆ। ਹੋਰ ਕੋਈ ਵੀ ਜੀਵ ਜੰਤੂ ਪਸ਼ੂ ਉਸ ਲੈਵਲ ਦਾ ਇਮੋਸ਼ਨਲੀ ਹੈਲਥ ਨੂੰ ਇੰਜੋਏ ਨਹੀਂ ਕਰ ਸਕਦਾ। ਸੋ ਇੰਪੋਰਟੈਂਟ ਪਾਰਟ ਹੈਗਾ, ਜੇ ਅਸੀਂ ਆਪਣੇ ਆਪ ਨੂੰ ਇਕੱਠਾ ਕਰਨਾ ਔਰ ਇਹ 3 ਲਾਈਨਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੀਵਨ ਸਵਰਗ ਬਣ ਜਾਏਗਾ। ਆਪਣੇ ਪਰਿਵਾਰ ਦੇ ਬਹੁਤ ਸਾਰੇ ਰੋਗ ਅਸੀਂ ਆਪਣੇ ਆਪ ਹੀ ਸੋਲਵ ਕਰਨੇ ਸ਼ੁਰੂ ਕਰ ਦੇਂਗੇ। ਹੈਲੋ ਯਸ ਸਰ ਲੋ, ਠੀਕ ਹੈ। ਤਾਂ ਆਲਰੇਡੀ ਜੇ ਤੁਸੀਂ ਪਹਿਲ ਕਰੋਗੇ ਤਾਂ ਦੁਨੀਆ ਵੀ ਪਹਿਲ, ਤੁਸੀਂ ਪਹਿਲ ਕਰੋਗੇ ਤਾਂ ਦੁਨੀਆ ਵੀ ਪਹਿਲ ਕਰੇਗੀ। ਇੱਕ ਵਾਰੀ ਵਾਪਸ ਜੱਫੀ ਪਾ ਲਓ। ਅੱਛਾ, ਕਈਆਂ ਨੇ ਜੱਫੀ ਪਤਾ ਕਿਹੜੀ ਪਾਈ ਹੋਈ ਆ? ਕੰਬਲ ਵਾਲੀ। ਮਿਲਣੀ ਤੇ ਮਿਲਦੇ ਆ ਨਾ, ਕਿਉਂਕਿ ਕਈ ਜਿਹੜਾ ਮਾਸੜ ਉਹਨੂੰ ਮਾਸੜ ਵਾਲੀ ਕਰੇਗਾ, ਫੁੱਫੜ ਵਾਲੀ, ਤੇ ਭੂਆ ਨੇ ਭੂਆ ਵਾਲੀ। ਜੱਫੀ ਦਾ ਮਤਲਬ ਜਿਹੜਾ ਹੈਗਾ ਉਹ ਕੰਪਲੀਟ ਹੁੰਦਾ ਹੈ। ਮੈਨੂੰ ਪਤਾ ਹੈ 1.5 ਸਾਲ ਹੋ ਗਿਆ ਜੱਫੀ ਨਹੀਂ ਪਾਈ, ਡਰ ਲੱਗਦਾ ਇਹ 'ਚ ਕਰੋਨਾ ਨਾ ਹੋਵੇ, ਭੂਤ ਨਾ ਹੋਵੇ। ਜੱਫੀ ਦਾ ਮਤਲਬ ਹੁੰਦਾ ਹੈ ਆਮੋ ਸਾਹਮਣੀ, ਆ ਗੁੱਠ ਵਾਲੀ ਨਹੀਂ, ਹਾਂ ਸਾਹਮਣੇ, ਆਮੋ ਸਾਹਮਣੇ ਜੱਫੀ ਪਾਓ। ਛੱਡਣੀ ਨਹੀਂ ਹੈਗੀ, ਛੱਡਣੀ ਨਹੀਂ ਹੈ। ਜਿਹਨੂੰ ਜੱਫੀ ਪਾਈ ਹੈ ਬੋਲੋ, ਘਬਰਾਈ ਨਾ, ਮੈਂ ਤੇਰੇ ਨਾਲ ਹਾਂ, ਰਲ ਕੇ ਫੱਟੇ ਚੱਕ ਦਿਆਂਗੇ, ਬਿਮਾਰੀਆਂ ਦੇਸ਼ ਤੋਂ ਪੱਟ ਕੇ ਬਾਹਰ ਸੱਟ ਦਿਆਂਗੇ। ਘਬਰਾਈ ਨਾ, ਮੈਂ ਤੇਰੇ ਨਾਲ ਹਾਂ। क्या बात है, अपने आप ही जोरदार क्लैपिंग कर दो। थैंक यू।